ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਭੈਣ ਦਾ ਪਤੀ ਕੈਂਸਰ ਦੀ ਵਜ੍ਹਾ ਨਾਲ ਮਰ ਗਿਆ ਤਾਂ ਸੋਚਿਆ ਭੈਣ ਨੂੰ ਆਪਣੇ ਘਰ ਲੈ ਆਉਂਗੀ, ਲੇਕਿਨ ਮੇਰੀ ਭੈਣ ਬੋਲੀ ਕਿ ਆਪਣੇ ਪਤੀ ਦੇ ਘਰ ਵਿੱਚ ਹੀ ਰਹੂੰਗੀ। ਉਸ ਦੀਆਂ ਯਾਦਾਂ ਦੇ ਸਹਾਰੇ ਮੈਂ ਉਸ ਨੂੰ ਉਸ ਦੇ ਹਾਲ 'ਤੇ ਹੀ ਛੱਡ ਦਿੱਤਾ ਤੇ ਇੱਕ ਦਿਨ ਭੈਣ ਦੇ ਸਹੁਰੇ ਘਰ ਵੱਲੋਂ ਇੱਕ ਨੌਕਰਾਣੀ ਦਾ ਫੋਨ ਆਇਆ ਤੇ ਕਿਹਾ ਕਿ ਮੈਡਮ ਜੀ ਤੇਰੀ ਭੈਣ ਉੱਤੇ ਬਹੁਤ ਜ਼ੁਲਮ ਹੋ ਰਿਹਾ। ਭੈਣਾਂ ਦੀਆਂ ਨਣਦਾਂ ਤੇਰੀ ਭੈਣ ਦੇ ਸਰੀਰ ਵਿੱਚੋਂ ਕੁਝ ਕੱਢ ਕੇ ਲੈ ਜਾਂਦੀਆਂ ਤੇ ਉਸ ਨੂੰ ਲੱਖਾਂ ਰੁਪਈਆਂ ਵਿੱਚ ਵੇਚ ਦਿੰਦੀਆਂ। ਮੈਂ ਉਸੇ ਸਮੇਂ ਭੈਣ ਦੇ ਘਰ ਗਈ ਤੇ ਉਹ ਬੈੱਡ ਉੱਤੇ ਬੈਠੀ ਬੇਹੋਸ਼ੀ ਦੀ ਹਾਲਤ ਵਿੱਚ ਲੇਟੀ ਹੋਈ ਸੀ। ਉਸ ਨੂੰ ਲੈ ਕੇ ਹਸਪਤਾਲ ਪਹੁੰਚੀ। ਜਦੋਂ ਟੈਸਟ ਕਰਵਾਏ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਸ ਦੇ ਸਰੀਰ ਵਿੱਚੋਂ ਤਾਂ ਅੱਜ ਮੈਂ ਬਹੁਤ ਖੁਸ਼ ਸੀ, ਕਿਉਂਕਿ ਦੁਕਾਨ ਉੱਤੇ ਭੀੜ ਲੱਗੀ ਹੋਈ ਸੀ, ਜਿਸ ਦੀ ਵਜ੍ਹਾ ਨਾਲ ਮੇਰੀ ਚੰਗੀ ਖਾਸੀ ਕਮਾਈ ਹੋ ਗਈ ਸੀ। ਮੇਰੀ ਆਪਣੀ ਦੁਕਾਨ ਸੀ ਜਿੱਥੇ ਮੈਂ ਖਾਣ ਪੀਣ ਦੀਆਂ ਚੀਜ਼ਾਂ ਬਣਾਇਆ ਕਰਦੀ ਸੀ। ਦੁਕਾਨ ਦਾ ਨਾਮ ਦਿਬਿਆ ਫੂਡ ਕਾਰਨਰ ਸੀ। ਮੇਰੀ ਉਮਰ 25 ਸਾਲ ਹੋ ਚੁੱਕੀ ਹੈ ਤੇ ਮੇਰੇ ਨਾਲੋਂ ਛੋਟੀ ਇੱਕ ਭੈਣ ਹੈ ਜਿਸ ਦੀ ਉਮਰ 23 ਸਾਲ ਹੈ। ਮੇਰੀ ਫੈਮਿਲੀ ਵਿੱਚ ਮੇਰੀ ਮੰਮੀ, ਮੇਰੀ ਛੋਟੀ ਭੈਣ ਜਿਸ ਦਾ ਨਾਮ ਸੌਮਿਆ ਹੈ ਤੇ ਮੇਰਾ ਨਾਮ ਦਿਬਿਆ ਹੈ। ਪਾਪਾ ਦੀ ਡੈਥ ਹੋ ਚੁੱਕੀ ਆ। ਕੁਝ ਸਮਾਂ ਹੋ ਗਿਆ। ਉਹਨਾਂ ਦੀ ਗੱਡੀਆਂ ਅਤੇ ਬਾਈਕ ਵਗੈਰਾ ਦੀ ਰਿਪੇਅਰ ਪਾਰਟ ਦੀ ਦੁਕਾਨ ਸੀ। ਉਹਨਾਂ ਦੇ ਮਰਨ ਤੋਂ ਬਾਅਦ ਸਾਡਾ ਕੋਈ ਸਹਾਰਾ ਨਹੀਂ ਸੀ, ਇਸ ਲਈ ਮੈਂ ਹੀ ਹਿੰਮਤ ਕੀਤੀ ਤੇ ਪਾਪਾ ਦੀ ਦੁਕਾਨ ਨੂੰ ਫੂਡ ਕਾਰਨਰ ਵਿੱਚ ਬਦਲ ਦਿੱਤਾ। ਦਰਅਸਲ ਮੈਂ ਕੁਕਿੰਗ ਕੋਰਸ ਕਰ ਰੱਖੇ ਸੀ, ਇਸ ਲਈ ਮੈਨੂੰ ਪਤਾ ਸੀ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਖਾਣਾ ਪਸੰਦ ਆਏਗਾ ਤੇ ਮੈਂ ਖਾਣਾ ਵੀ ਬਹੁਤ ਚੰਗਾ ਬਣਾਇਆ ਕਰਦੀ ਸੀ। ਮੈਂ ਫੂਡ ਕਾਰਨਰ ਦੀ ਬੁਨਿਆਦ ਰੱਖੀ ਤੇ ਹੁਣ ਰੱਬ ਦੀ ਕਿਰਪਾ ਨਾਲ ਮੇਰੀ ਛੋਟੀ ਜਿਹੀ ਫੂਡ ਸ਼ਾਪ ਬਹੁਤ ਚੰਗੀ ਚੱਲ ਰਹੀ ਹੈ। ਮੈਂ ਆਪਣਾ ਹੱਥ ਵਟਾਉਣ ਦੇ ਲਈ ਮੇਲ ਅਤੇ ਫੀਮੇਲ ਵਰਕਰ ਵੀ ਰੱਖੇ ਹੋਏ ਹਨ। ਮੇਰੀ ਭੈਣ ਸੌਮਿਆ BA ਕਰ ਰਹੀ ਆ। ਮੈਂ ਦੁਕਾਨ ਉੱਤੇ 2 ਵਜੇ ਤੋਂ ਸ਼ਾਮ 7 ਵਜੇ ਤੱਕ ਬੈਠਦੀ ਸੀ। ਅੱਜ ਸੰਡੇ ਸੀ, ਇਸ ਲਈ ਕਾਫੀ ਭੀੜ ਸੀ। ਮੈਂ 8 ਵਜੇ ਫ੍ਰੀ ਹੋਈ। ਹੁਣ ਮੈਂ ਸੋਚ ਰਹੀ ਸੀ ਕਿ ਘਰ ਚਲੀ ਜਾਂਦੀ ਆ। ਜਦੋਂ ਮੈਂ ਘਰ ਜਾ ਰਹੀ ਸੀ ਤਾਂ ਮੇਰੀ ਨਜ਼ਰ ਅਚਾਨਕ ਇੱਕ ਲੜਕੀ ਉੱਤੇ ਪਈ ਜੋ ਇੱਕ ਲੜਕੇ ਦੇ ਨਾਲ ਬਾਈਕ ਉੱਤੇ ਬੈਠੀ ਹੋਈ ਸੀ। ਉਹ ਲੜਕਾ ਹੁਣ ਬਾਈਕ ਸਟਾਰਟ ਕਰਕੇ ਉਸ ਲੜਕੀ ਨੂੰ ਲਿਜਾ ਚੁੱਕਿਆ ਸੀ, ਲੇਕਿਨ ਨਾ ਜਾਣੇ ਕਿਉਂ ਮੈਨੂੰ ਉਹ ਲੜਕੀ ਕੋਈ ਹੋਰ ਨਹੀਂ ਬਲਕਿ ਆਪਣੀ ਭੈਣ ਸੌਮਿਆ ਹੀ ਲੱਗ ਰਹੀ ਸੀ। ਲੇਕਿਨ ਮੈਂ ਸੋਚਣ ਲੱਗੀ, ਮੇਰੀ ਭੈਣ ਤਾਂ ਅਜਿਹੀ ਨਹੀਂ। ਉਹ ਤਾਂ ਘਰ ਤੋਂ ਬਾਹਰ ਬਿਲਕੁਲ ਵੀ ਨਹੀਂ ਨਿਕਲਦੀ। ਉਸਨੇ ਤਾਂ ਕਦੇ ਕਿਸੇ ਲੜਕੇ ਨਾਲ ਦੋਸਤੀ ਤੱਕ ਨਹੀਂ ਕੀਤੀ, ਫਿਰ ਕਿਸੇ ਲੜਕੇ ਨਾਲ ਬਾਈਕ ਉੱਤੇ ਇਸ ਤਰ੍ਹਾਂ ਕਿਵੇਂ ਘੁੰਮ ਸਕਦੀ ਆ। ਖੈਰ, ਜਦੋਂ ਮੈਂ ਘਰ ਆਈ ਤਾਂ ਮੰਮੀ ਨੇ ਦੱਸਿਆ ਕਿ ਸੌਮਿਆ ਘਰ ਨਹੀਂ ਆ। ਮੈਂ ਇੱਕਦਮ ਹੀ ਠਣਕ ਗਈ। ਮੈਂ ਪੁੱਛਿਆ ਕਿੱਥੇ ਗਈ ਆ ਤਾਂ ਮੰਮੀ ਕਹਿਣ ਲੱਗੀ ਆਪਣੀ ਸਹੇਲੀ ਦੇ ਘਰ ਗਈ ਆ। ਕਾਲਜ ਤੋਂ ਕੋਈ ਅਸਾਈਨਮੈਂਟ ਮਿਲੀ ਸੀ, ਉਸ ਨੂੰ ਬਣਾਉਣ ਗਈ ਆ। ਇਹ ਸੁਣ ਕੇ ਮੈਂ ਸੋਚਾਂ 'ਚ ਪੈ ਗਈ ਤੇ ਮੇਰੇ ਦਿਲ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਉਹ ਲੜਕੀ ਮੇਰੀ ਭੈਣ ਸੌਮਿਆ ਹੀ ਸੀ। ਪਰ ਜਦੋਂ ਮੈਂ ਦੇਖਿਆ ਕਿ ਸੌਮਿਆ ਘਰ ਵਿੱਚ ਆਪਣੀ ਕਾਲਜ ਦੀ ਸਹੇਲੀ ਮੀਰਾ ਦੇ ਨਾਲ ਦਾਖਲ ਹੋਈ ਤਾਂ ਉਸ ਦੇ ਨਾਲ ਅਸਾਈਨਮੈਂਟ ਦੀ ਫਾਈਲ ਵੀ ਸੀ, ਤਾਂ ਫਿਰ ਮੈਨੂੰ ਕੁਝ ਸਕੂਨ ਹੋਇਆ ਤੇ ਸੋਚਿਆ ਜਿਸ ਲੜਕੀ ਨੂੰ ਮੈਂ ਲੜਕੇ ਦੇ ਨਾਲ ਬਾਈਕ ਉੱਤੇ ਦੇਖਿਆ ਸੀ ਉਹ ਕੋਈ ਹੋਰ ਹੀ ਹੋਣੀ ਆ, ਮੇਰੀ ਭੈਣ ਨਹੀਂ ਹੋ ਸਕਦੀ। ਖੈਰ, ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਅੱਜ ਬਹੁਤ ਕਮਾਈ ਹੋਈ ਆ ਤਾਂ ਇਹ ਸੁਣ ਕੇ ਮੇਰੀ ਮੰਮੀ ਬਹੁਤ ਖੁਸ਼ ਹੋਈ ਤੇ ਮੈਨੂੰ ਆਸ਼ੀਰਵਾਦ ਦਿੱਤਾ। ਅਸੀਂ ਤਿੰਨਾਂ ਨੇ ਮਿਲ ਕੇ ਖਾਣਾ ਖਾਧਾ ਤੇ ਫਿਰ ਕੰਮ ਨਿਪਟਾਉਣ ਤੋਂ ਬਾਅਦ ਮੈਂ ਸੌਣ ਚਲੀ ਗਈ। ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ, ਇਸ ਲਈ ਜਲਦੀ ਸੌਣ ਦੇ ਲਈ ਚਲੀ ਗਈ ਤੇ ਅੱਜ 5000 ਰੁਪਏ ਕਮਾਈ ਸੀ। ਉਸ ਵਿੱਚ 3000 ਮੰਮੀ ਨੂੰ ਦੇ ਦਿੱਤੇ ਤੇ ਬਾਕੀ 2000 ਮੈਂ ਆਪਣੀ ਅਲਮਾਰੀ ਵਿੱਚ ਰੱਖ ਦਿੱਤੇ। ਇਸ ਨਾਲ ਘਰ ਦੇ ਲਈ ਕੁਝ ਸੌਦਾ ਵਗੈਰਾ ਲੈ ਆਉਂਗੀ। ਇਹੀ ਸਭ ਸੋਚਦੇ ਹੋਏ ਮੈਂ ਨੀਂਦ ਦੀਆਂ ਵਾਦੀਆਂ ਵਿੱਚ ਉਤਰ ਗਈ। ਅਗਲੇ ਦਿਨ ਦੁਕਾਨ ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਅਲਮਾਰੀ ਖੋਲ੍ਹ ਕੇ ਪੈਸੇ ਉਠਾਉਣ ਲੱਗੀ ਤਾਂ ਕਿ ਵਾਪਸੀ ਉੱਤੇ ਸੌਦਾ ਲੈ ਆਵਾਂਗੀ। ਲੇਕਿਨ ਮੈਂ ਹੈਰਾਨ ਰਹਿ ਗਈ ਜਦੋਂ ਮੈਂ ਦੇਖਿਆ ਕਿ ਮੇਰੀ ਅਲਮਾਰੀ ਵਿੱਚ ਸਿਰਫ 1000 ਰੁਪਏ ਹੀ ਪਏ ਸੀ, ਬਾਕੀ 1000 ਰੁਪਈਆ ਗਾਇਬ ਸੀ। ਮੈਂ ਪਰੇਸ਼ਾਨ ਹੋ ਗਈ ਤੇ ਸੋਚਾਂ ਵਿੱਚ ਪੈ ਗਈ। ਕਾਫੀ ਤਲਾਸ਼ ਕੀਤੀ ਲੇਕਿਨ 1000 ਰੁਪਈਆ ਨਹੀਂ ਮਿਲਿਆ। ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮੈਂ ਕੱਲ 2000 ਰੱਖੇ ਸੀ। ਫਿਰ 1000 ਰੁਪਈਆ ਕਿੱਥੇ ਚਲਾ ਗਿਆ? ਪਹਿਲਾਂ ਖਿਆਲ ਆਇਆ ਕਿ ਮੰਮੀ ਨੂੰ ਪੁੱਛਾਂ, ਲੇਕਿਨ ਖੁਦ ਹੀ ਇਰਾਦਾ ਬਦਲ ਦਿੱਤਾ ਕਿ ਮੰਮੀ ਨੇ ਤਾਂ ਕਦੇ ਮੇਰੇ ਦਰਾਜ ਵਿੱਚੋਂ ਪੈਸੇ ਨਹੀਂ ਕੱਢੇ ਸੀ। ਸੌਮਿਆ ਤੋਂ ਪੁੱਛਿਆ ਤਾਂ ਉਸਨੇ ਮਨਾ ਕਰ ਦਿੱਤਾ
कि मैनू नहीं पता। मैं हैरान परेशान सी कि 1000 रुपया आखिर कित्थे चला गया। फिर मैं उही बचे हुए 1000 रुपया लैके चली गई वापसी ते सौदा लिआंदा ते घर आ गई। अज दी कमाई 3000 होई सी। मम्मी नूं पैसे नहीं चाहीदे सी, इस लई उन्हां ने पैसे लैण तो मना कर दिता। मैं वो 3000 रुपया अलमारी विच उस जगह उत्ते ही रख दिता। पर अगले दिन मैं अलमारी खोल के पैसे कढ़ने चाहे तां 3000 भी गायब सी। हुण तां इह रोज़ाना दा रूटीन बन गया सी। ਮੰਮੀ ਅਤੇ ਸੌਮਿਆ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਸਾਨੂੰ ਕੁਝ ਨਹੀਂ ਪਤਾ। ਮੰਮੀ ਵੀ ਬਹੁਤ ਪਰੇਸ਼ਾਨ ਰਹਿਣ ਲੱਗੀ ਕਿ ਆਖਿਰ ਪੈਸੇ ਗਾਇਬ ਕਿੱਥੇ ਹੋ ਜਾਂਦੇ ਆ। ਮੈਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਕਿਉਂਕਿ ਰੋਜ਼-ਰੋਜ਼ ਪੈਸੇ ਗਾਇਬ ਹੋਣ ਦੀ ਵਜ੍ਹਾ ਨਾਲ ਮੇਰਾ ਬਹੁਤ ਨੁਕਸਾਨ ਹੋ ਰਿਹਾ ਸੀ। ਦੁਕਾਨ ਵਿੱਚ ਸਮਾਨ ਘੱਟ ਹੁੰਦਾ ਜਾਂਦਾ ਸੀ। ਹੁਣ ਮੇਰੀ ਹਿੰਮਤ ਜਵਾਬ ਦੇ ਗਈ। ਫਿਰ ਮੈਨੂੰ ਇੱਕ ਤਰਕੀਬ ਸੁੱਝੀ। ਮੈਂ ਸੋਚਿਆ ਕਿ ਮੈਂ ਪੈਸੇ ਸਿਰਫ ਰਾਤ ਨੂੰ ਹੀ ਗਾਇਬ ਹੁੰਦੇ ਆ। ਮੈਂ ਸੌਂ ਜਾਣ ਤੋਂ ਬਾਅਦ, ਕਿਉਂਕਿ ਰਾਤ ਤੱਕ ਤਾਂ ਪੈਸੇ ਦਰਾਜ ਵਿੱਚ ਹੀ ਹੁੰਦੇ ਹਨ, ਮੈਂ ਫੈਸਲਾ ਕੀਤਾ ਕਿ ਅੱਜ ਮੈਂ ਸਾਰੀ ਰਾਤ ਜਾਗਦੀ ਰਹੂੰਗੀ ਤੇ ਫਿਰ ਚੈੱਕ ਕਰੂੰਗੀ ਕਿ ਆਖਿਰ ਪੈਸੇ ਜਾਂਦੇ ਕਿੱਥੇ ਹਨ। ਕੀ ਹਕੀਕਤ ਆ ਪਤਾ ਚੱਲ ਜਾਵੇਗਾ। ਵੈਸੇ ਮੇਰੇ ਘਰ ਵਿੱਚ ਮੇਰੀ ਭੈਣ ਜਾਂ ਮੰਮੀ ਦੇ ਇਲਾਵਾ ਕੋਈ ਨਹੀਂ ਸੀ, ਲੇਕਿਨ ਮੈਂ ਇਹਨਾਂ ਦੋਨਾਂ ਉੱਤੇ ਸ਼ੱਕ ਨਹੀਂ ਕਰ ਸਕਦੀ ਸੀ ਕਿਉਂਕਿ ਸੌਮਿਆ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ। ਉਹ ਬਿਲਕੁਲ ਹੀ ਅਜਿਹੀ ਨਹੀਂ ਸੀ ਤੇ ਮੰਮੀ ਭਲਾ ਪੈਸੇ ਉਠਾਉਂਦੀ ਕਿਉਂ? ਉਹਨਾਂ ਨੂੰ ਜ਼ਰੂਰਤ ਹੁੰਦੀ ਤਾਂ ਉਹ ਖੁਦ ਵੀ ਪੈਸੇ ਮੰਗ ਲੈਂਦੀਆਂ। ਫਿਰ ਮੈਂ ਇਰਾਦਾ ਕਰਕੇ ਪੈ ਗਈ ਤੇ ਅੱਜ ਮੈਂ ਪੂਰੀ ਰਾਤ ਜਾਗੂੰਗੀ। ਕਮਰੇ ਦੀ ਲਾਈਟ ਬੰਦ ਸੀ, ਸਿਰਫ ਨਾਈਟ ਬਲਬ ਜਗ ਰਿਹਾ ਸੀ। ਇੰਤਜ਼ਾਰ ਕਰਦੇ ਕਰਦੇ ਕਾਫੀ ਦੇਰ ਹੋ ਗਈ। ਰਾਤ 2 ਵਜੇ ਦੇ ਲਗਭਗ ਕਮਰੇ ਵਿੱਚ ਕੋਈ ਆਇਆ ਤੇ ਉਸਨੇ ਮੇਰੀ ਦਰਾਜ ਵਿੱਚੋਂ ਪੈਸੇ ਕੱਢ ਲਏ। ਉਸ ਨੂੰ ਲੱਗ ਰਿਹਾ ਸੀ ਕਿ ਮੈਂ ਸੌਂ ਰਹੀ ਹਾਂ, ਲੇਕਿਨ ਮੈਂ ਜਾਗ ਰਹੀ ਸੀ ਤੇ ਆਉਣ ਵਾਲਾ ਇਨਸਾਨ ਕੋਈ ਹੋਰ ਨਹੀਂ ਬਲਕਿ ਸੌਮਿਆ ਸੀ। ਮੈਂ ਉਸ ਨੂੰ ਰੰਗੇ ਹੱਥੀਂ ਫੜ ਲਿਆ ਤੇ ਹੈਰਾਨ ਸੀ ਕਿ ਮੇਰੀ ਭੈਣ ਨੂੰ ਆਖਰ ਪੈਸੇ ਚੋਰੀ ਕਰਨ ਦੀ ਅਤੇ ਫਿਰ ਮੈਨੂੰ ਝੂਠ ਬੋਲਣ ਦੀ ਜ਼ਰੂਰਤ ਕਿਉਂ ਪੈ ਗਈ। ਸੌਮਿਆ ਪੈਸੇ ਮੰਗ ਕੇ ਵੀ ਤਾਂ ਦੇਖਦੀ, ਮੈਂ ਉਸ ਨੂੰ ਖੁਸ਼ੀ-ਖੁਸ਼ੀ ਪੈਸੇ ਦੇ ਦਿੰਦੀ। ਜਦੋਂ ਮੈਂ ਸੌਮਿਆ ਤੋਂ ਇਸ ਬਾਰੇ ਵਿੱਚ ਪੁੱਛਿਆ ਤਾਂ ਉਹ ਰੋਣ ਲੱਗੀ ਤੇ ਸਭ ਕੁਝ ਦੱਸ ਦਿੱਤਾ। ਉਹ ਆਪਣੇ ਕਾਲਜ ਦੇ ਇੱਕ ਲੜਕੇ ਜੋ ਉਸ ਦਾ ਸੀਨੀਅਰ ਸੀ ਉਸ ਨੂੰ ਪਿਆਰ ਕਰਦੀ ਸੀ ਤੇ ਉਹ ਵੀ ਉਸ ਨੂੰ ਪਿਆਰ ਕਰਦਾ ਸੀ, ਪਰ ਉਹ ਲੜਕਾ ਗਰੀਬ ਅਤੇ ਬਿਮਾਰ ਰਹਿੰਦਾ ਸੀ। ਉਹ ਪੈਸਿਆਂ ਦੀ ਉਸ ਨੂੰ ਜ਼ਰੂਰਤ ਸੀ ਤੇ ਉਸ ਦਾ ਸੰਬੰਧ ਇੱਕ ਗਰੀਬ ਖਾਨਦਾਨ ਵਿੱਚੋਂ ਸੀ, ਇਸ ਲਈ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ ਸੀ। ਸੌਮਿਆ ਨੇ ਕਿਹਾ ਕਿ ਮੈਂ ਇਸ ਹਾਲ ਵਿੱਚ ਇਕੱਲਾ ਨਹੀਂ ਉਸ ਨੂੰ ਛੱਡ ਸਕਦੀ। ਇਸ ਲਈ ਸੌਮਿਆ ਚੋਰੀ ਨਾਲ ਉਸ ਦੀ ਮਦਦ ਕਰਨ ਦੇ ਲਈ ਰਾਤ ਨੂੰ ਮੇਰੇ ਸੌਣ ਤੋਂ ਬਾਅਦ ਮੇਰੀ ਅਲਮਾਰੀ ਵਿੱਚੋਂ ਪੈਸੇ ਚੋਰੀ ਕਰਕੇ ਆਪਣੇ ਦੋਸਤ ਨੂੰ ਦੇ ਦਿੰਦੀ। ਪਹਿਲਾਂ ਉਹ ਚਾਹ ਰਹੀ ਸੀ ਕਿ ਮੈਨੂੰ ਸੱਚਾਈ ਨਹੀਂ ਦੱਸ ਸਕਦੀ ਕਿਉਂਕਿ ਮੈਂ ਲੜਕੇ ਦੇ ਨਾਲ ਦੋਸਤੀ ਅਤੇ ਪਿਆਰ ਮੁਹੱਬਤ ਦੇ ਸਖਤ ਖਿਲਾਫ ਸੀ। ਉਹ ਡਰ ਗਈ ਰਹੀ ਸੀ ਮੈਨੂੰ ਪਤਾ ਚੱਲ ਗਿਆ ਤਾਂ ਮੈਂ ਉਸ ਦਾ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦੇਵਾਂਗੀ। ਹੋ ਸਕਦਾ ਹੈ ਗੁੱਸੇ ਵਿੱਚ ਉਸ ਦਾ ਕਿਤੇ ਵਿਆਹ ਹੀ ਨਾ ਕਰ ਦੇਵਾਂ, ਪਰ ਮੈਨੂੰ ਸਾਰਾ ਮਾਮਲਾ ਸਮਝ ਆ ਗਿਆ ਸੀ। ਸੌਮਿਆ ਉਸ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਮੈਂ ਉਸ ਨੂੰ ਸਮਝਾਇਆ ਕਿ ਇਹ ਖਿਆਲ ਦਿਲ ਵਿੱਚੋਂ ਕੱਢ ਦੇ, ਉਹ ਬਹੁਤ ਗਰੀਬ ਲੜਕਾ ਹੈ। ਉਹ ਆਪਣਾ ਇਲਾਜ ਤੱਕ ਨਹੀਂ ਕਰਵਾ ਸਕਦਾ, ਫਿਰ ਤੇਰਾ ਕੀ ਧਿਆਨ ਰੱਖੇਗਾ। ਮੰਮੀ ਵੀ ਨਹੀਂ ਮੰਨੇਗੀ ਅਤੇ ਮੈਂ ਤੇਰੇ ਵਿਆਹ ਕਿਸੇ ਅਜਿਹੇ ਇਨਸਾਨ ਨਾਲ ਨਹੀਂ ਕਰੂੰਗੀ ਜੋ ਤੈਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਐਸ਼ੋ ਆਰਾਮ ਨਾ ਦੇ ਸਕੇ। ਲੇਕਿਨ ਸੌਮਿਆ ਉੱਤੇ ਮੁਹੱਬਤ ਦਾ ਭੂਤ ਸਵਾਰ ਸੀ। ਉਹ ਮੇਰੇ ਅੱਗੇ ਰੋਣ ਲੱਗੀ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ ਸੀ, ਇਸ ਲਈ ਮੈਂ ਉਸ ਦੀ ਗੱਲ ਮੰਨ ਲਈ। ਲੇਕਿਨ ਮੈਂ ਨਹੀਂ ਜਾਣਦੀ ਸੀ ਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰਨ ਜਾ ਰਹੀ ਹਾਂ। BA ਪੂਰੀ ਹੋਣ ਤੋਂ ਬਾਅਦ ਮੰਮੀ ਨੂੰ ਸੌਮਿਆ ਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਉਹ ਮੇਰਾ ਵਿਆਹ ਪਹਿਲਾਂ ਕਰਨਾ ਚਾਹੁੰਦੀ ਸੀ, ਲੇਕਿਨ ਮੈਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਹਜੇ ਵਿਆਹ ਨਹੀਂ ਕਰਵਾਵਾਂਗੀ ਕਿਉਂਕਿ ਮੈਂ ਆਪਣਾ ਇੱਕ ਰੈਸਟੋਰੈਂਟ ਖੋਲ੍ਹਣਾ ਸੀ। ਇਹ ਮੇਰਾ ਸੁਪਨਾ ਸੀ, ਇਸ ਲਈ ਫਿਲਹਾਲ ਵਿਆਹ ਦਾ ਇਰਾਦਾ ਨਹੀਂ ਸੀ ਪਰ ਮੈਂ ਮੰਮੀ ਨੂੰ ਬੋਲ ਦਿੱਤਾ ਕਿ ਪਹਿਲਾਂ ਤਾਂ ਸੌਮਿਆ ਦਾ ਵਿਆਹ ਕਰ ਦਿੰਦੇ ਆ। ਮੈਂ ਬਹੁਤ ਜਿੱਦੀ ਸੀ ਤੇ ਮੇਰੀ ਜਿੱਦ ਦੇ ਅੱਗੇ ਮੰਮੀ ਨੂੰ ਹਥਿਆਰ ਸੁੱਟਣੇ ਪਏ। ਉਹ ਕਹਿਣ ਲੱਗੀ, ਜੇ ਤੇਰੀ ਨਜ਼ਰ ਵਿੱਚ ਕੋਈ ਸੌਮਿਆ ਦੇ ਲਈ ਰਿਸ਼ਤਾ ਹੈ ਤਾਂ ਦੱਸ। ਮੇਰਾ ਦਿਮਾਗ ਵਿੱਚ ਹਿਤੇਸ਼ ਦਾ ਧਿਆਨ ਆਇਆ ਜਿਸ ਨਾਲ ਸੌਮਿਆ ਮੁਹੱਬਤ ਕਰਦੀ ਸੀ। ਜਦੋਂ ਸੌਮਿਆ ਦੇ ਵਿਆਹ ਲਈ ਮੈਂ ਲੜਕੇ ਵਾਲਿਆਂ ਨੂੰ ਆਪਣੇ ਘਰ ਬੁਲਾਇਆ ਤਾਂ ਮੰਮੀ ਨੂੰ ਉਹ ਲੋਕ ਬਿਲਕੁਲ ਪਸੰਦ ਨਹੀਂ ਆਏ। ਲੜਕਾ ਇਕਲੌਤਾ ਸੀ ਤੇ ਉਸ ਦੀਆਂ 3 ਛੋਟੀਆਂ ਭੈਣਾਂ ਸੀ। ਮੈਨੂੰ ਹਿਤੇਸ਼ ਦੀਆਂ ਭੈਣਾਂ ਪਸੰਦ ਨਹੀਂ ਆਈਆਂ, ਬਹੁਤ ਹੀ ਘਮੰਡੀ ਟਾਈਪ ਦੀਆਂ ਲੱਗ ਰਹੀਆਂ ਸੀ। ਉਸ ਦੇ ਇਲਾਵਾ ਉਹ ਲੋਕ ਬਹੁਤ ਹੀ 3rd ਕਲਾਸ ਸੀ। ਉਹਨਾਂ ਦੇ ਬੋਲਣ ਚੱਲਣ ਦੇ ਅੰਦਾਜ਼ ਵੀ ਬਿਲਕੁਲ ਵੱਖਰੇ ਸੀ। ਉਹਨਾਂ ਦੇ ਮੁਕਾਬਲੇ ਸਾਡਾ ਘਰਾਣਾ ਬਹੁਤ ਚੰਗਾ ਸੀ।
ਲੜਕਾ ਇੱਕ ਸਕੂਲ ਵਿੱਚ ਕੋਚਿੰਗ ਸੈਂਟਰ ਵਿੱਚ ਪੜ੍ਹਾਉਂਦਾ ਸੀ। ਉਸਦੇ ਪਾਪਾ ਕਿਰਾਏ ਦੀ ਦੁਕਾਨ ਉੱਤੇ ਬੈਠੇ ਸੀ, ਜਿੱਥੇ ਉਹ ਮਸ਼ੀਨਾਂ ਵਗੈਰਾ ਦੇ ਪੁਰਜੇ ਵਗੈਰਾ ਵੇਚਦੇ ਸੀ। ਮੰਮੀ ਨੇ ਉਹਨਾਂ ਦੇ ਸਾਹਮਣੇ ਤਾਂ ਇਹੀ ਕਹਿ ਦਿੱਤਾ ਕਿ ਕੁਝ ਦਿਨਾਂ ਬਾਅਦ ਸੋਚ ਕੇ ਜਵਾਬ ਦੇਵਾਂਗੇ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਕਹਿਣ ਲੱਗੀ ਕਿ ਸੌਮਿਆ ਦਾ ਵਿਆਹ ਅਜਿਹੇ ਲੋਕਾਂ ਨਾਲ ਨਹੀਂ ਕਰਾਂਗੀ, ਤੂੰ ਕੋਈ ਹੋਰ ਚੰਗਾ ਲੜਕਾ ਵੇਖ ਜਿਸ ਦਾ ਪਰਿਵਾਰ ਛੋਟਾ ਅਤੇ ਲੜਕਾ ਚੰਗਾ ਖਾਂਦਾ ਪੀਂਦਾ ਹੋਵੇ। ਮੰਮੀ ਦਾ ਇਨਕਾਰ ਸੁਣ ਕੇ ਮੈਂ ਬੇਵਸੀ ਨਾਲ ਸੌਮਿਆ ਦੇ ਵੱਲ ਦੇਖਣ ਲੱਗੀ ਤਾਂ ਸੌਮਿਆ ਹੰਝੂ ਵਹਿੰਦੇ ਹੋਏ ਕਮਰੇ ਵਿੱਚ ਜਾਣ ਲੱਗੀ। ਮੰਮੀ ਚੌਂਕ ਕੇ ਉਸ ਨੂੰ ਦੇਖਣ ਲੱਗੀ ਅਤੇ ਫਿਰ ਉਸ ਨੂੰ ਰੋਕ ਕੇ ਪੁੱਛਣ ਲੱਗੀ ਕਿ ਸੌਮਿਆ ਇੱਥੇ ਰੁਕ ਅਤੇ ਮੈਨੂੰ ਦੱਸ ਤੂੰ ਰੋ ਕਿਉਂ ਰਹੀ ਆ। ਇਹ ਸੁਣ ਕੇ ਮੈਂ ਘਬਰਾ ਗਈ ਕਿ ਕਿਤੇ ਉਹ ਸੱਚ ਨਾ ਦੱਸ ਦੇਵੇ, ਲੇਕਿਨ ਰੱਬ ਦੀ ਕਿਰਪਾ ਹੋਈ ਕਿ ਸੌਮਿਆ ਨੇ ਖੁਦ ਹੀ ਗੱਲ ਸੰਭਾਲੀ ਤੇ ਕਿਹਾ, ਮੰਮੀ ਇੱਕ ਸਮਾਂ ਸੀ ਅਸੀਂ ਵੀ ਗਰੀਬ ਹੁੰਦੇ ਸੀ, ਸਾਡੇ ਹਾਲਾਤ ਵੀ ਠੀਕ ਨਹੀਂ ਹੁੰਦੇ ਸੀ। ਤੁਸੀਂ ਅਜਿਹੇ ਸ਼ਬਦ ਨਾ ਬੋਲੋ ਕਿ ਸਾਡਾ ਰੱਬ ਸਾਡੇ ਤੋਂ ਨਾਰਾਜ਼ ਹੋ ਜਾਵੇ। ਅੱਜ ਉਸਨੇ ਸਾਨੂੰ ਇਸ ਕਾਬਲ ਬਣਾ ਦਿੱਤਾ ਕਿ ਸਾਡੇ ਕੋਲ ਪੈਸੇ ਹਨ ਅਤੇ ਅਸੀਂ ਚੰਗੇ ਖਾਂਦੇ ਪੀਂਦੇ ਹਾਂ, ਲੇਕਿਨ ਜੋ ਸਾਡੇ ਨਾਲੋਂ ਘੱਟ ਹਨ ਅਸੀਂ ਉਹਨਾਂ ਦੇ ਲਈ ਇਸ ਤਰ੍ਹਾਂ ਸੋਚ ਨਹੀਂ ਰੱਖਣੀ ਚਾਹੀਦੀ। ਸੌਮਿਆ ਦੀ ਗੱਲ ਮੰਮੀ ਦੇ ਦਿਲ ਉੱਤੇ ਲੱਗੀ ਤੇ ਮੇਰੇ ਸਮਝਾਉਣ ਤੇ ਵੀ ਮੰਮੀ ਮੰਨ ਗਈ ਤੇ ਫਿਰ ਇਤੇਸ਼ ਦੇ ਘਰ ਵਾਲਿਆਂ ਦੇ ਲਈ ਮੰਮੀ ਨੇ ਹਾਂ ਕਰ ਦਿੱਤੀ। ਇਸ ਲਈ ਕੁਝ ਮਾਮਲਾ ਨਿਪਟਾਉਣ ਤੋਂ ਬਾਅਦ ਵਿਆਹ 2 ਮਹੀਨੇ ਦੇ ਬਾਅਦ ਹੀ ਤੈਅ ਰੱਖ ਕਰ ਦਿੱਤਾ ਗਿਆ। ਸੱਚ ਕਹਾਂ ਤਾਂ ਮੈਂ ਵੀ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਸੀ। ਮੈਂ ਸੌਮਿਆ ਨੂੰ ਬਾਰ-ਬਾਰ ਕਹਿ ਰਹੀ ਸੀ ਕਿ ਇੱਕ ਵਾਰ ਫਿਰ ਸੋਚ ਲਾ, ਲੇਕਿਨ ਉਸ ਦਾ ਇੱਕ ਹੀ ਜਵਾਬ ਸੀ ਕਿ ਜੇ ਮੈਂ ਵਿਆਹ ਕਰਵਾਵਾਂਗੀ ਤਾਂ ਹਿਤੇਸ਼ ਨਾਲ ਹੀ ਕਰਾਂਗੀ। ਮੈਂ ਆਪਣੀਆਂ ਸੋਚਾਂ ਵਿੱਚ ਗੁੰਮ ਸੀ ਜਦੋਂ ਇੱਕ ਲੜਕਾ ਜੋ ਮੇਰੇ ਨਾਲ ਉਮਰ ਵਿੱਚ ਥੋੜਾ ਵੱਡਾ ਸੀ, ਉਹ ਮੇਰੇ ਇਰਦ-ਗਿਰਦ ਘੁੰਮ ਕੇ ਖਾਣੇ ਦਾ ਆਰਡਰ ਦੇਣ ਲੱਗਾ। ਉਹ ਲੜਕਾ ਜਿਸ ਦਾ ਨਾਮ ਬਿਹਾਨ ਸੀ ਅਕਸਰ ਹੀ ਮੇਰੀ ਦੁਕਾਨ ਤੇ ਖਾਣਾ ਲੈਣ ਦੇ ਲਈ ਆ ਜਾਂਦਾ ਸੀ, ਫਿਰ ਮੇਰੇ ਖਾਣੇ ਦੀ ਬਹੁਤ ਤਾਰੀਫ ਕਰਿਆ ਕਰਦਾ ਸੀ। ਅੱਜ ਜਦੋਂ ਮੈਂ ਉਸ ਨੂੰ ਉਸ ਦਾ ਆਰਡਰ ਪੈਕ ਕਰਕੇ ਦਿੱਤਾ ਤਾਂ ਉਹ ਮੈਨੂੰ ਪੁੱਛਣ ਲੱਗਾ ਕਿ ਤੁਹਾਡੀ ਮੰਗਣੀ ਹੋਈ ਆ। ਉਸ ਦੇ ਸਵਾਲ ਉੱਤੇ ਮੈਂ ਪਹਿਲਾਂ ਤੋਂ ਹੀ ਹੈਰਾਨ ਸੀ ਅਤੇ ਫਿਰ ਜਵਾਬ ਦਿੱਤਾ ਕਿ ਮੈਂ ਹਾਲੇ ਸਿੰਗਲ ਹਾਂ। ਇਹ ਸੁਣ ਕੇ ਨਾ ਜਾਣੇ ਕਿਉਂ ਉਸ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਤੇ ਉਹ ਪੈਸੇ ਦੇ ਕੇ ਚਲਾ ਗਿਆ। ਹੁਣ ਅਸੀਂ ਸੌਮਿਆ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਵਿਆਹ ਦੇ ਦਿਨ ਵੀ ਕਰੀਬ ਆ ਚੁੱਕੇ ਸੀ। ਬਹੁਤ ਹੀ ਪਿਆਰ ਦੇ ਨਾਲ ਬਹੁਤ ਸਾਰਾ ਦਹੇਜ ਦੇ ਕੇ ਮੈਂ ਤੇ ਮੰਮੀ ਨੇ ਸੌਮਿਆ ਨੂੰ ਵਿਦਾ ਕਰ ਦਿੱਤਾ। ਉਸ ਦੇ ਜਾਣ ਤੋਂ ਬਾਅਦ ਘਰ ਵਿੱਚ ਉਦਾਸੀ ਜਿਹੀ ਮਹਿਸੂਸ ਹੋ ਰਹੀ ਸੀ। ਵਿਆਹ ਦੇ 15 ਦਿਨਾਂ ਬਾਅਦ ਜਦੋਂ ਸੌਮਿਆ ਘਰ ਆਈ ਤਾਂ ਉਸ ਦੇ ਚਿਹਰੇ ਉੱਤੇ ਕਾਫੀ ਪਰੇਸ਼ਾਨੀ ਸੀ। ਜਦੋਂ ਮੈਂ ਉਸ ਦੀ ਪਰੇਸ਼ਾਨੀ ਪੁੱਛੀ ਤਾਂ ਉਸਨੇ ਮੈਨੂੰ ਪਹਿਲਾਂ ਤਾਂ ਕੁਝ ਨਹੀਂ ਦੱਸਿਆ, ਲੇਕਿਨ ਬਾਅਦ ਵਿੱਚ ਕਹਿਣ ਲੱਗੀ, ਦੀਦੀ ਮੈਨੂੰ ਕੁਝ ਪੈਸੇ ਚਾਹੀਦੇ ਹਨ। ਹਿਤੇਸ਼ ਆਪਣਾ ਕਾਰੋਬਾਰ ਕਰਨਾ ਚਾਹੁੰਦਾ, ਜਿਸ ਦੀ ਬੁਨਿਆਦ ਰੱਖਣ ਦੇ ਲਈ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਆ। ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋਈ ਕਿ ਚਲੋ ਚੰਗਾ ਹੈ, ਹਿਤੇਸ਼ ਦਾ ਕਾਰੋਬਾਰ ਸ਼ੁਰੂ ਹੋਵੇਗਾ, ਫਿਰ ਉਸ ਦੇ ਹਾਲਾਤ ਵੀ ਚੰਗੇ ਹੋ ਜਾਣਗੇ। ਜਦੋਂ ਮੈਂ ਸੌਮਿਆ ਨੂੰ ਹਿਤੇਸ਼ ਦੇ ਕਾਰੋਬਾਰ ਦੀ ਪੂਰੀ ਜਾਣਕਾਰੀ ਪੁੱਛੀ ਤਾਂ ਉਸਨੇ ਇਨਕਾਰ ਵਿੱਚ ਸਿਰ ਹਿਲਾ ਦਿੱਤਾ। ਮੈਨੂੰ ਇਸ ਕਾਰੋਬਾਰ ਦੇ ਬਾਰੇ ਵਿੱਚ ਕੁਝ ਨਹੀਂ ਪਤਾ। ਉਹ ਆਪਣੇ ਦੋਸਤ ਦੇ ਨਾਲ ਕਾਰੋਬਾਰ ਸ਼ੁਰੂ ਕਰ ਰਿਹਾ। ਮੈਂ ਸੌਮਿਆ ਨੂੰ ਪੈਸੇ ਦਿੱਤੇ, ਉਹ ਘਰ ਚਲੀ ਗਈ। ਹਰ ਰੋਜ਼ ਅਜਿਹਾ ਹੀ ਹੋਣ ਲੱਗਿਆ। ਜਦੋਂ ਵੀ ਸੌਮਿਆ ਘਰ ਜਾਂਦੀ ਤਾਂ ਪਰੇਸ਼ਾਨ ਜਿਹੀ ਲੱਗਦੀ ਅਤੇ ਮੇਰੇ ਕੋਲੋਂ ਪੈਸੇ ਮੰਗਣ ਲੱਗਦੀ ਤੇ ਕਹਿੰਦੀ ਕਿ ਹਿਤੇਸ਼ ਨੇ ਮੰਗੇ ਹਨ ਆਪਣੇ ਕਾਰੋਬਾਰ ਦੇ ਲਈ। ਹਰ ਵਾਰ ਅਜਿਹਾ ਹੀ ਹੋਣ ਲੱਗਿਆ ਤਾਂ ਮੈਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ ਸੀ। ਹੁਣ ਤੱਕ ਮੇਰੇ ਤੋਂ ਸੌਮਿਆ 1.5 ਲੱਖ ਰੁਪਈਆ ਲੈ ਚੁੱਕੀ ਸੀ। ਗੱਲ ਪੈਸਿਆਂ ਦੀ ਨਹੀਂ ਸੀ। ਜੇ ਹਿਤੇਸ਼ ਡਾਇਰੈਕਟ ਮੇਰੇ ਨਾਲ ਗੱਲ ਕਰਦਾ ਤਾਂ ਮੈਂ ਇਸ ਤੋਂ ਜ਼ਿਆਦਾ ਪੈਸੇ ਵੀ ਦੇ ਦਿੰਦੀ, ਲੇਕਿਨ ਉਹ ਮੇਰੀ ਭੈਣ ਦੇ ਹੱਥ ਸੰਦੇਸ਼ ਭੇਜ ਕੇ ਪੈਸੇ ਮੰਗਵਾਉਂਦਾ ਸੀ। ਕਾਫੀ ਸਮੇਂ ਤੋਂ ਮੇਰੀ ਹਿਤੇਸ਼ ਨਾਲ ਮੁਲਾਕਾਤ ਵੀ ਨਹੀਂ ਹੋਈ ਸੀ। ਮੈਂ ਕਾਲ ਉੱਤੇ ਹਿਤੇਸ਼ ਦੇ ਨਾਲ ਗੱਲ ਕਰਨੀ ਚਾਹੁੰਦੀ ਸੀ, ਲੇਕਿਨ ਸੌਮਿਆ ਨੇ ਮਨਾ ਕਰ ਦਿੱਤਾ ਤੇ ਕਹਿਣ ਲੱਗੀ, ਜੇ ਤੁਸੀਂ ਉਸ ਨੂੰ ਕੁਝ ਪੁੱਛੋਗੇ ਤਾਂ ਉਸ ਨੂੰ ਬੁਰਾ ਲੱਗੇਗਾ। ਇਸ ਲਈ ਮੈਂ ਹਿਤੇਸ਼ ਨਾਲ ਗੱਲ ਕਰਨ ਦਾ ਇਰਾਦਾ ਛੱਡ ਦਿੱਤਾ, ਲੇਕਿਨ ਮੈਨੂੰ ਲੱਗਣ ਲੱਗਾ ਕਿ ਹਿਤੇਸ਼ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਆ। ਆਖਿਰ ਉਹ ਕਿਹੜਾ ਕਾਰੋਬਾਰ ਸ਼ੁਰੂ ਕਰ ਰਿਹਾ, ਉਸ ਨੂੰ ਹੁਣ ਤੱਕ ਕਿੰਨੇ ਪੈਸੇ ਦੀ ਜ਼ਰੂਰਤ ਆ। ਮੈਂ ਇਹੀ ਸੋਚ ਰਹੀ ਸੀ ਕਿ ਅਚਾਨਕ ਦੁਕਾਨ ਉੱਤੇ ਹਿਤੇਸ਼ ਆ ਗਿਆ। ਦੁਕਾਨ ਦੇ ਬਾਹਰੀ ਸਾਈਡ ਉੱਤੇ ਵੱਡੀ ਸਾਰੀ ਖਿੜਕੀ ਸੀ, ਉੱਥੇ ਸਭ ਕਸਟਮਰ ਆ ਕੇ ਖਾਣੇ ਦਾ ਆਰਡਰ ਦਿੰਦੇ ਸੀ। ਹਿਤੇਸ਼ ਵੀ ਆਇਆ ਤੇ ਕਹਿਣ ਲੱਗਿਆ, ਸੌਮਿਆ ਨੂੰ ਤੁਹਾਡੇ ਹੱਥ ਦਾ ਖਾਣਾ ਬਹੁਤ ਪਸੰਦ ਆ, ਇਸ ਲਈ ਸੋਚਿਆ ਕਿ ਉਸ ਦੇ ਲਈ 버ਗਰ, ਬਿਰਿਆਨੀ ਤੇ ਸ਼ਾਹੀ ਪਨੀਰ ਵਗੈਰਾ ਲੈ ਚੱਲਦਾ। ਉਸ ਦੀ ਗੱਲ ਸੁਣ ਕੇ ਮੈਂ ਮੁਸਕਰਾ ਦਿੱਤਾ ਤੇ ਹਿਤੇਸ਼ ਦਾ ਹਾਲ ਚਾਲ ਜਾਣਨ ਦੇ ਤੋਂ ਬਾਅਦ ਮੈਂ ਉਸ ਤੋਂ ਪੁੱਛਿਆ, ਤੇਰਾ ਕਾਰੋਬਾਰ ਕਿਵੇਂ ਆ ਜਾ ਰਿਹਾ ਅਤੇ ਪੈਸੇ ਦੀ ਜ਼ਰੂਰਤ ਹੈ ਤਾਂ ਮੈਂ ਤੇਰੀ ਮਦਦ ਕਰਨ ਦੇ ਲਈ ਤਿਆਰ ਹਾਂ। ਮੇਰੀ ਗੱਲ ਸੁਣ ਕੇ ਹਿਤੇਸ਼ ਮੈਨੂੰ ਹੈਰਾਨੀ ਨਾਲ ਦੇਖਣ ਲੱਗਿਆ ਤੇ ਬੋਲਿਆ,
ਮੈਂ ਤਾਂ ਕੋਈ ਬਿਜ਼ਨਸ ਨਹੀਂ ਕਰ ਰਿਹਾ। ਤੁਹਾਨੂੰ ਤਾਂ ਪਤਾ ਕਿ ਮੈਂ ਇੱਕ ਸਕੂਲ ਵਿੱਚ ਟੀਚਰ ਹਾਂ ਤੇ 10ਵੀਂ ਕਲਾਸ ਤੱਕ ਦੇ ਸਟੂਡੈਂਟਾਂ ਨੂੰ ਪੜ੍ਹਾਉਂਦਾ। ਹਤੇਸ਼ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ। ਫਿਰ ਪੁੱਛਿਆ, ਤੂੰ ਕੋਈ ਬਿਜ਼ਨਸ ਨਹੀਂ ਕਰ ਰਿਹਾ? ਤਾਂ ਉਸਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਜਦ ਕਿ ਮੈਂ ਹੈਰਾਨ ਹੋ ਗਈ। ਮੈਂ ਖਾਣਾ ਪੈਕ ਕਰਕੇ ਉਸ ਨੂੰ ਦੇ ਦਿੱਤਾ। ਉਹ ਪੈਸੇ ਵੀ ਦੇਣ ਲੱਗਿਆ ਤਾਂ ਮੈਂ ਮਨਾ ਕਰ ਦਿੱਤਾ ਕਿਉਂਕਿ ਉਹ ਸੌਮਿਆ ਦਾ ਪਤੀ ਸੀ ਅਤੇ ਸੌਮਿਆ ਮੇਰੀ ਛੋਟੀ ਭੈਣ। ਮੈਂ ਉਸ ਤੋਂ ਪੈਸੇ ਕਿਵੇਂ ਲੈ ਸਕਦੀ ਸੀ? ਲੇਕਿਨ ਫਿਰ ਵੀ ਹਤੇਸ਼ ਨੇ ਜ਼ਬਰਦਸਤੀ ਪੈਸੇ ਕਾਊਂਟਰ ਤੇ ਰੱਖ ਦਿੱਤੇ ਤੇ ਚਲਾ ਗਿਆ। ਹੁਣ ਮੈਂ ਸੱਚਮੁੱਚ ਪਰੇਸ਼ਾਨ ਹੋ ਚੁੱਕੀ ਸੀ। ਮੈਨੂੰ ਲੱਗ ਰਿਹਾ ਸੀ ਕੁਝ ਨਾ ਕੁਝ ਤਾਂ ਗੜਬੜ ਹੈ। ਮੇਰੀ ਭੈਣ ਜ਼ਰੂਰ ਕੁਝ ਨਾ ਕੁਝ ਗਲਤ ਕਰ ਰਹੀ ਆ, ਜਿਸ ਤਰ੍ਹਾਂ ਉਸਨੇ ਪਹਿਲਾਂ ਕੀਤਾ ਸੀ। ਪੈਸੇ ਚੋਰੀ ਕਰਕੇ ਹਤੇਸ਼ ਦੇ ਇਲਾਜ ਤੇ ਲਗਵਾਏ ਸੀ। ਹੁਣ ਸੌਮਿਆ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਮੈਂ ਸੋਚ ਲਿਆ ਸੀ ਕਿ ਮੈਂ ਸੌਮਿਆ ਨੂੰ ਇਸ ਬਾਰੇ ਸ਼ਾਂਤੀ ਨਾਲ ਗੱਲ ਕਰਾਂਗੀ। ਮੈਂ ਇਹ ਗੱਲ ਹਰਗਿਜ਼ ਪਸੰਦ ਨਹੀਂ ਸੀ ਕਿ ਸੌਮਿਆ ਮੇਰੇ ਨਾਲ ਝੂਠ ਬੋਲੇ। ਉਸ ਸਮੇਂ ਸੌਮਿਆ ਹਤੇਸ਼ ਦੇ ਲਈ ਪੈਸੇ ਚੋਰੀ ਕਰ ਰਹੀ ਸੀ, ਪਰ ਇਸ ਵਾਰ ਉਹ ਮੇਰੇ ਤੋਂ ਝੂਠ ਬੋਲ ਕੇ ਕਿਸੇ ਹੋਰ ਦੇ ਲਈ ਪੈਸੇ ਲੈ ਜਾ ਰਹੀ ਆ। ਮੈਨੂੰ ਸਮਝ ਨਹੀਂ ਆਇਆ। ਮੈਂ ਸੱਚਾਈ ਜਾਣਨ ਦੇ ਲਈ ਫੌਰਨ ਅਗਲੇ ਦਿਨ ਉਸ ਨੂੰ ਘਰ ਬੁਲਾਇਆ ਤੇ ਉਸ ਨੂੰ ਸ਼ਾਂਤੀ ਨਾਲ ਪੁੱਛਿਆ ਤਾਂ ਉਹ ਸਿਰ ਝੁਕਾ ਕੇ ਬੋਲੀ, ਮੇਰੀਆਂ ਨਣਦਾਂ ਸੀਮਾ ਨੂੰ ਪੈਸੇ ਦੀ ਜ਼ਰੂਰਤ ਆ। ਉਸ ਦੀ ਇੱਕ ਦੋਸਤ ਬਿਮਾਰ ਆ, ਉਸ ਦੇ ਲਈ ਪੈਸੇ ਦੀ ਜ਼ਰੂਰਤ ਸੀ। ਉਹ ਸੁਣ ਕੇ ਮੈਂ ਸੋਚ ਵਿੱਚ ਪੈ ਗਈ ਤੇ ਫਿਰ ਸੌਮਿਆ ਨੂੰ ਸਮਝਾਇਆ, ਤੂੰ ਝੂਠ ਬੋਲ ਕੇ ਪੈਸੇ ਨਾ ਲਿਆ ਕਰ, ਸੱਚ ਬੋਲ ਕੇ ਲੈ ਲਿਆ ਕਰ। ਮੈਂ ਕਦੇ ਤੈਨੂੰ ਮਨਾ ਕਰੂੰਗੀ। ਇਹ ਸੁਣ ਕੇ ਉਹ ਮੁਸਕਰਾ ਦਿੱਤੀ। ਕੁਝ ਦਿਨਾਂ ਦੇ ਬਾਅਦ ਸੌਮਿਆ ਨੇ ਆਪਣੇ ਸਹੁਰੇ ਘਰ ਮੈਨੂੰ ਅਤੇ ਮੰਮੀ ਨੂੰ ਦਾਵਤ ਤੇ ਬੁਲਾਇਆ। ਉਸ ਦੇ ਘਰ ਜਾ ਕੇ ਮੈਨੂੰ ਬਹੁਤ ਅਫਸੋਸ ਹੋਇਆ ਕਿਉਂਕਿ ਉਸ ਦੇ ਘਰ ਢੰਗ ਦੀ ਕੋਈ ਚੀਜ਼ ਨਹੀਂ ਸੀ। ਕੰਧਾਂ ਉੱਤੇ ਪਲਾਸਟਰ ਉਖੜ ਰਿਹਾ ਸੀ, ਸਫੈਦੀ ਤੱਕ ਨਹੀਂ ਕੀਤੀ ਸੀ। ਇੱਥੇ ਤਾਂ ਬਹੁਤ ਹੀ ਗਰੀਬੀ ਸੀ। ਮੈਂ ਸੋਚਿਆ ਕਿ ਮੈਂ ਸੌਮਿਆ ਦੀ ਮਦਦ ਕਰ ਦਿਆ ਕਰਾਂਗੀ। ਹਰ ਮਹੀਨੇ ਉਸ ਨੂੰ ਪੈਸੇ ਦਿਆ ਕਰਾਂਗੀ ਤਾਂ ਕਿ ਉਸ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਵੇ। ਲੇਕਿਨ ਮੈਂ ਨਹੀਂ ਜਾਣਦੀ ਸੀ ਕਿ ਅੱਗੇ ਕੀ ਹੋਣ ਵਾਲਾ। ਇੱਕ ਦਿਨ ਮੈਂ ਦੁਕਾਨ ਤੇ ਗਈ। ਜਦੋਂ ਬਿਹਾਨ ਦਾ ਕਾਲ ਆਇਆ, ਉਸਨੇ ਮੈਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਤੇ ਬੋਲਿਆ, ਮੇਰੇ ਘਰ ਆਪਣੀ ਫੈਮਿਲੀ ਨੂੰ ਬੁਲਾਉਣਾ ਚਾਹੁੰਦਾ ਇਸ ਰਿਸ਼ਤੇ ਦੇ ਲਈ। ਮੈਂ ਨਾ ਜਾਣੇ ਕਿਉਂ ਇਨਕਾਰ ਨਾ ਕਰ ਸਕੀ। ਮੈਨੂੰ ਬਿਹਾਨ ਲੜਕਾ ਚੰਗਾ ਲੱਗਦਾ ਸੀ। ਫਿਰ ਉਸਦੇ ਘਰ ਵਾਲੇ ਮੰਮੀ ਅਤੇ ਮੈਨੂੰ ਮਿਲਣ ਆਏ। ਬਿਹਾਨ ਪੁਲਿਸ ਵਿੱਚ ASP ਸੀ। ਰਿਸ਼ਤਾ ਪੱਕਾ ਹੋ ਗਿਆ ਤੇ ਵਿਆਹ 5 ਮਹੀਨੇ ਬਾਅਦ ਹੋਣਾ ਤੈਅ ਹੋ ਗਿਆ। ਮੈਂ ਬਹੁਤ ਖੁਸ਼ ਸੀ, ਲੇਕਿਨ ਉਹ ਸਾਰੀ ਖੁਸ਼ੀ ਉਸ ਸਮੇਂ ਗਾਇਬ ਹੋ ਗਈ ਜਦੋਂ ਇਹ ਖਬਰ ਸੁਣੀ ਕਿ ਹਤੇਸ਼ ਦੇ ਲਾਸਟ ਸਟੇਜ ਦਾ ਕੈਂਸਰ ਹੈ। ਕੈਂਸਰ ਦੀ ਪਹਿਚਾਣ ਹੀ ਉਦੋਂ ਹੋਈ ਆ ਜਦੋਂ ਉਸਦੇ ਬਚਣ ਦੇ ਕੋਈ ਚਾਂਸ ਨਹੀਂ ਸੀ। ਹਿਤੇਸ਼ ਦੇ ਕੋਲ ਤਾਂ ਇਲਾਜ ਦੇ ਲਈ ਪੈਸੇ ਵੀ ਨਹੀਂ ਸੀ। ਮੈਂ ਹੀ ਉਸਦੇ ਇਲਾਜ ਤੇ ਪੂਰੇ ਪੈਸੇ ਲਗਾਏ। ਸੌਮਿਆ ਦਾ ਰੋਣਾ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਸੀ। ਉਹ ਮੇਰੇ ਅੱਗੇ ਹੱਥ ਜੋੜਦੀ ਸੀ ਕਿ ਦੀਦੀ ਹਤੇਸ਼ ਨੂੰ ਬਚਾ ਲਓ, ਵਰਨਾ ਮੈਂ ਉਸਦੇ ਬਗੈਰ ਜੀ ਨਹੀਂ ਪਾਉਂਗੀ। ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਹਿਤੇਸ਼ ਦਾ ਇਲਾਜ ਹੋ ਜਾਵੇ ਤੇ ਉਹ ਬਚ ਜਾਵੇ, ਪਰ ਉਹੀ ਹੋਇਆ ਜੋ ਕਿਸਮਤ ਦੇ ਵਿੱਚ ਲਿਖਿਆ ਸੀ। ਕਿਸਮਤ ਦਾ ਲਿਖਿਆ ਕੌਣ ਬਦਲ ਸਕਦਾ? ਇਲਾਜ ਦੇ ਬਾਵਜੂਦ ਵੀ ਹਤੇਸ਼ ਨੂੰ ਬਚਾ ਨਹੀਂ ਪਾਈ ਤੇ ਉਸ ਦੀ ਮੌਤ ਹੋ ਗਈ। ਸੌਮਿਆ ਦੇ ਵਿਆਹ ਨੂੰ ਹਾਲੇ 8 ਮਹੀਨੇ ਹੀ ਹੋਏ ਸੀ। ਉਹ ਵਿਧਵਾ ਹੋ ਗਈ ਸੀ। ਹਤੇਸ਼ ਦੀ ਇਸ ਮੌਤ ਨੇ ਸਾਡੀ ਜਿਵੇਂ ਦੁਨੀਆ ਹੀ ਬਦਲ ਦਿੱਤੀ ਸੀ। 3 ਦਿਨ ਸੌਮਿਆ ਬੇਹੋਸ਼ੀ ਦੀ ਹਾਲਤ ਵਿੱਚ ਰਹੀ। ਸਾਡੇ ਸਾਰਿਆਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮੇਰੀ ਭੈਣ ਸੌਮਿਆ ਦੀ ਬਹੁਤ ਬੁਰੀ ਹਾਲਤ ਹੋ ਗਈ ਸੀ। ਬੜੀ ਮੁਸ਼ਕਲ ਨਾਲ ਉਸ ਨੂੰ ਅਸੀਂ ਸੰਭਾਲਿਆ। ਮੈਂ ਸੋਚ ਰਹੀ ਸੀ ਕਿ ਜਿਵੇਂ ਹੀ ਹਤੇਸ਼ ਦਾ ਮੌਤ ਦਾ ਮਾਮਲਾ ਠੰਡਾ ਹੋ ਜਾਂਦਾ, ਮੈਂ ਉਸ ਨੂੰ ਘਰ ਲੈ ਆਉਂਗੀ। ਲੇਕਿਨ 3 ਮਹੀਨੇ ਹੋ ਗਏ, ਮੈਂ ਹੁਣ ਤੱਕ ਉਸ ਨੂੰ ਘਰ ਨਹੀਂ ਲਿਆ ਪਾਈ। ਉਹ ਜਿੱਦ ਕਰਦੀ ਸੀ ਕਿ ਉਸ ਨੂੰ ਹਤੇਸ਼ ਦੇ ਘਰ ਹੀ ਰਹਿਣਾ। ਉਹ ਹਤੇਸ਼ ਦਾ ਘਰ ਅਤੇ ਹਤੇਸ਼ ਦੇ ਕਮਰੇ ਨੂੰ ਛੱਡ ਕੇ ਨਹੀਂ ਆਵੇਗੀ। ਮੈਂ ਬੇਬਸ ਸੀ। ਸੌਮਿਆ ਬਹੁਤ ਜਿੱਦੀ ਬਣ ਗਈ ਸੀ। ਉਹ ਹਰ ਗੱਲ ਉੱਤੇ ਜਿੱਦ ਕਰ ਰਹੀ ਸੀ। ਇਸ ਲਈ ਮੈਂ ਉਸ ਨੂੰ ਉਸ ਦੇ ਹਾਲ ਉੱਤੇ ਛੱਡ ਦਿੱਤਾ ਕਿ ਸੌਮਿਆ ਜਦੋਂ ਥੋੜਾ ਸਮਾਂ ਹੋਰ ਗੁਜ਼ਰ ਜਾਵੇਗਾ ਤੇ ਸੌਮਿਆ ਨੂੰ ਸਬਰ ਆ ਜਾਵੇਗਾ ਤਾਂ ਮੈਂ ਉਸ ਨੂੰ ਘਰ ਲੈ ਆਉਂਗੀ। ਇਸੇ ਵਿੱਚ ਮੇਰੇ ਬਿਹਾਨ ਨਾਲ ਵਿਆਹ ਦੀ ਤਰੀਕ ਜੋ ਤੈਅ ਹੋ ਗਈ ਸੀ, ਉਹ ਅੱਗੇ ਵੱਧ ਗਈ। ਮੈਂ ਸੋਚ ਲਿਆ ਸੀ ਕਿ ਹੁਣ ਜਦੋਂ ਤੱਕ ਮੇਰੀ ਭੈਣ ਸੌਮਿਆ ਡਿਪਰੈਸ਼ਨ ਵਿੱਚੋਂ ਬਾਹਰ ਨਿਕਲ ਕੇ ਨਾਰਮਲ ਜ਼ਿੰਦਗੀ ਦੇ ਵੱਲ ਨਹੀਂ ਆ ਜਾਂਦੀ, ਮੈਂ ਵਿਆਹ ਨਹੀਂ ਕਰੂੰਗੀ। ਇੱਕ ਦਿਨ ਮੈਂ ਸੌਮਿਆ ਦੇ ਘਰ ਉਸ ਨੂੰ ਮਿਲਣ ਗਈ ਤਾਂ ਦੰਗ ਰਹਿ ਗਈ। ਉਸ ਦਾ ਘਰ ਕਾਫੀ ਬਦਲ ਗਿਆ ਸੀ। ਦੀਵਾਰਾਂ ਉੱਤੇ ਰੰਗ ਕੀਤਾ ਹੋਇਆ ਸੀ। ਘਰ ਵਿੱਚ ਵੱਡਾ ਵੱਡਾ ਫਰਨੀਚਰ, ਵੱਡਾ ਸਾਰਾ ਫਰਿੱਜ ਆ ਗਿਆ ਸੀ। ਦੀਵਾਰ ਉੱਤੇ LCD ਸੱਜ ਗਈ ਸੀ। ਸੌਮਿਆ ਦੇ ਘਰ ਦਾ ਰੰਗ ਢੰਗ ਦੇਖ ਕੇ ਮੈਂ ਹੈਰਾਨ ਰਹਿ ਗਈ। ਇਹਨਾਂ ਲੋਕਾਂ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ? ਹੁਣ ਤਾਂ ਉਹਨਾਂ ਦੇ ਘਰ ਵਿੱਚ 2 ਨੌਕਰਾਣੀਆਂ ਵੀ ਰੱਖ ਲਈਆਂ ਸੀ।
ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਦੇ ਕੋਲ ਨਾ ਤਾਂ ਫਰਨੀਚਰ ਸੀ ਤੇ ਨਾ ਹੀ ਘਰ ਵਿੱਚ ਫਰਿੱਜ, ਨਾ ਹੀ ਕੋਈ ਨੌਕਰ ਤੇ ਨਾ ਹੀ ਖਾਣ ਪੀਣ ਨੂੰ ਚੰਗੇ ਬਰਤਨ। ਮੈਂ ਜਦੋਂ ਸੌਮਿਆ ਨੂੰ ਮਿਲੀ ਤਾਂ ਦੰਗ ਰਹਿ ਗਈ, ਕਿਉਂਕਿ ਉਹ ਬਹੁਤ ਕਮਜ਼ੋਰ ਨਜ਼ਰ ਆ ਰਹੀ ਸੀ। ਅੱਖਾਂ ਦੇ ਆਸ-ਪਾਸ ਕਾਲੇ ਘੇਰੇ, ਰੰਗਤ ਪੀਲੀ ਪੈ ਗਈ ਸੀ। ਮੈਂ ਅਚਾਨਕ ਹੀ ਰੋਣ ਲੱਗੀ। ਮੇਰੀ ਭੈਣ ਦੀ ਕਿਸਮਤ ਵਿੱਚ ਕਿਉਂ ਇਹ ਦਰਦ ਲਿਖਿਆ ਸੀ? ਉਹ ਕਿੰਨੀ ਬਿਮਾਰ ਲੱਗ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਨਾਲ ਚੱਲ, ਪਤਾ ਨਹੀਂ ਉਹਦੇ ਸਹੁਰੇ ਘਰ ਵਾਲੇ ਉਸ ਦਾ ਧਿਆਨ ਰੱਖਦੇ ਹਨ ਜਾਂ ਨਹੀਂ। ਮੇਰੀ ਗੱਲ ਸੁਣ ਕੇ ਸੌਮਿਆ ਨੇ ਮੇਰੇ ਨਾਲ ਜਾਣ ਤੋਂ ਮਨਾ ਕਰ ਦਿੱਤਾ। ਇਹ ਸੁਣ ਕੇ ਮੈਨੂੰ ਹੁਣ ਗੁੱਸਾ ਆ ਗਿਆ। ਮੈਂ ਉਸ ਨਾਲ ਨਾਰਾਜ਼ ਹੋ ਕੇ ਘਰ ਚਲੀ ਆਈ ਤੇ ਸੋਚਿਆ ਹੁਣ ਨਾ ਸੌਮਿਆ ਨਾਲ ਮਿਲਣ ਜਾਊਂਗੀ ਤੇ ਨਾ ਹੀ ਫੋਨ ਕਰੂੰਗੀ। ਮੈਂ ਕਦੋਂ ਤੋਂ ਉਸ ਨੂੰ ਮਨਾ ਰਹੀ ਹਾਂ ਕਿ ਘਰ ਆ ਜਾ, ਇੱਥੇ ਇਹ ਤੇਰਾ ਧਿਆਨ ਨਹੀਂ ਰੱਖਣਗੇ। ਲੇਕਿਨ ਸੌਮਿਆ ਹੈ ਕਿ ਜੈਦ ਉੱਤੇ ਆਈ ਹੋਈ ਆ। ਮੈਂ ਸੌਮਿਆ ਨਾਲ ਬਹੁਤ ਜ਼ਿਆਦਾ ਨਾਰਾਜ਼ ਹੋ ਗਈ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਉਸ ਦੇ ਘਰ ਉਦੋਂ ਤੱਕ ਨਹੀਂ ਜਾਊਂਗੀ ਜਦੋਂ ਉਹ ਖੁਦ ਹੀ ਫੋਨ ਨਹੀਂ ਕਰਦੀ ਅਤੇ ਸਾਡੇ ਘਰ ਆਉਣ ਦੇ ਲਈ ਤਿਆਰ ਨਹੀਂ ਹੋ ਜਾਂਦੀ। 1 ਮਹੀਨਾ ਗੁਜ਼ਰ ਗਿਆ ਤੇ ਮੈਂ ਸੌਮਿਆ ਨਾਲ ਕੋਈ ਕੰਟਰੈਕਟ ਨਹੀਂ ਕੀਤਾ। ਇੱਕ ਦਿਨ ਉਸ ਦੀ ਕਾਲ ਆਈ ਤੇ ਮੈਂ ਮੁਸਕਰਾ ਕੇ ਕਿਹਾ, ਲੱਗਦਾ ਹੈ ਇਸ ਦੀ ਅਕਲ ਟਿਕਾਣੇ ਆ ਗਈ ਆ। ਮੈਂ ਜਦੋਂ ਫੋਨ ਉਠਾਇਆ ਤਾਂ ਦੂਜੀ ਤਰਫ ਕੋਈ ਹੋਰ ਹੀ ਸੀ। ਉਹ ਸੌਮਿਆ ਦੇ ਘਰ ਦੀ ਨੌਕਰਾਣੀ ਸੀ। ਉਹ ਹੌਲੀ-ਹੌਲੀ ਗੱਲ ਕਰਨ ਲੱਗੀ ਕਿ ਮੈਡਮ ਜੀ, ਤੁਹਾਡੀ ਭੈਣ ਨੂੰ ਇਹਨਾਂ ਜ਼ੁਲਮਾਂ ਤੋਂ ਬਚਾ ਲਓ। ਮੈਂ ਹਤੇਸ਼ ਸਾਹਿਬ ਦੀਆਂ 3 ਭੈਣਾਂ ਦੀ ਗੱਲ ਚੋਰੀ ਦੇਣੇ ਸੁਣ ਚੁੱਕੀ ਹਾਂ। ਉਹ ਸੌਮਿਆ ਮੇਮ ਸਾਹਿਬ ਨੂੰ ਕਿਤੇ ਲੈ ਜਾਂਦੀਆਂ ਹਨ ਤੇ ਉਸ ਦੇ ਸਰੀਰ ਦੀ ਕੋਈ ਨਾ ਕੋਈ ਚੀਜ਼ ਕੱਢ ਕੇ ਵੇਚ ਕੇ ਲੱਖਾਂ ਰੁਪਏ ਕਮਾਉਂਦੀਆਂ ਹਨ। ਇਸ ਲਈ ਉਹਨਾਂ ਦੇ ਹਾਲਾਤ ਬਦਲ ਗਏ ਹਨ। ਨੌਕਰਾਣੀ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਸਮੇਂ ਉਸ ਦੀਆਂ ਤਿੰਨੋਂ ਨਣਦਾਂ ਘਰੇ ਨਹੀਂ ਸੀ। ਮੈਂ ਭੱਜਦੀ ਹੋਈ ਸੌਮਿਆ ਦੇ ਘਰ ਪਹੁੰਚੀ। ਉਹ ਇਕੱਲੀ ਬੈਠੀ। ਸੱਸ ਸਹੁਰਾ ਕਿਤੇ ਵਿਆਹ ਤੇ ਗਏ ਸੀ, ਨਣਦਾਂ ਸ਼ਾਪਿੰਗ ਤੇ ਗਈਆਂ ਹੋਈਆਂ ਸੀ। ਮੈਂ ਸੌਮਿਆ ਦੀ ਕਮਜ਼ੋਰ ਹਾਲਤ ਦੇਖੀ ਤੇ ਰੋਣਾ ਆ ਗਿਆ। ਉਹ ਠੀਕ ਤਰ੍ਹਾਂ ਗੱਲ ਵੀ ਨਹੀਂ ਕਰ ਰਹੀ ਸੀ। ਜਦੋਂ ਮੈਂ ਉਸ ਨੂੰ ਸੱਚਾਈ ਪੁੱਛੀ ਤਾਂ ਉਹ ਬੋਲੀ, ਦੀਦੀ ਮੇਰੀਆਂ ਨਣਦਾਂ ਬਹੁਤ ਲਾਲਚੀ ਅਤੇ ਜ਼ਾਲਮ ਹਨ। ਪਹਿਲਾਂ ਮੇਰੀਆਂ ਨਣਦਾਂ ਮੈਨੂੰ ਫੋਰਸ ਕਰਦੀਆਂ ਸੀ ਕਿ ਮੈਂ ਤੁਹਾਡੇ ਤੋਂ ਪੈਸੇ ਮੰਗ ਕੇ ਉਹਨਾਂ ਨੂੰ ਦੇਵਾਂ ਤਾਂ ਕਿ ਉਹ ਆਪਣੇ ਸ਼ੌਂਕ ਪੂਰੇ ਕਰ ਸਕਣ। ਉਹਨਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇ ਤੂੰ ਅਜਿਹਾ ਨਹੀਂ ਕੀਤਾ ਤਾਂ ਅਸੀਂ ਹਤੇਸ਼ ਨੂੰ ਮਾਰ ਦੇਵਾਂਗੀਆਂ ਤੇ ਤੈਨੂੰ ਇਸ ਘਰ ਵਿੱਚੋਂ ਕੱਢ ਦੇਵਾਂਗੀਆਂ। ਇਸ ਲਈ ਮੈਂ ਇਸ ਡਰ ਤੇ ਹੀ ਤੁਹਾਡੇ ਤੋਂ ਪੈਸੇ ਮੰਗਦੀ ਰਹੀ ਤੇ ਝੂਠ ਬੋਲਦੀ ਰਹੀ ਕਿ ਹਤੇਸ਼ ਨੇ ਪੈਸੇ ਮੰਗੇ ਹਨ। ਹਤੇਸ਼ ਨੇ ਮਰਨ ਤੋਂ ਬਾਅਦ ਇਹ ਤਿੰਨੋਂ ਮੇਰੇ ਉੱਤੇ ਜ਼ੁਲਮ ਕਰਨ ਲੱਗੀਆਂ ਤੇ ਕਿਹਾ ਕਿ ਜੇ ਤੂੰ ਸਾਡੀ ਗੱਲ ਨਾ ਮੰਨੀ ਤਾਂ ਤੈਨੂੰ ਹਤੇਸ਼ ਦੇ ਕਮਰੇ ਅਤੇ ਘਰ ਤੋਂ ਹਮੇਸ਼ਾ ਦੇ ਲਈ ਕੱਢ ਦੇਵਾਂਗੀਆਂ। ਮੈਂ ਹਤੇਸ਼ ਦੀਆਂ ਯਾਦਾਂ ਦੇ ਸਹਾਰੇ ਇਸ ਕਮਰੇ ਵਿੱਚ ਰਹਿਣਾ ਚਾਹੁੰਦੀ ਸੀ। ਇਸ ਕਮਰੇ ਨੇ ਮੈਨੂੰ ਹਤੇਸ਼ ਦੀ ਖੁਸ਼ਬੂ ਮਹਿਸੂਸ ਹੁੰਦੀ ਸੀ। ਮੈਨੂੰ ਅਜਿਹਾ ਲੱਗਦਾ ਸੀ ਕਿ ਹਤੇਸ਼ ਇਸ ਕਮਰੇ ਵਿੱਚ ਮੌਜੂਦ ਹਨ। ਮੈਂ ਹਤੇਸ਼ ਦੀਆਂ ਯਾਦਾਂ ਦੇ ਬਿਨਾਂ ਨਹੀਂ ਰਹਿ ਸਕਦੀ। ਮੈਂ ਹਤੇਸ਼ ਦੀਆਂ ਯਾਦਾਂ ਦੇ ਬਿਨਾਂ ਮਰ ਜਾਵਾਂਗੀ। ਇਸ ਲਈ ਉਹ ਜਾਣਦੀਆਂ ਸੀ ਕਿ ਮੇਰਾ ਖੂਨ ਬਹੁਤ ਹੀ ਕੀਮਤੀ ਹੈ। ਇਸ ਲਈ ਉਹਨਾਂ ਨੇ ਆਪਣੀਆਂ ਅਜਾਇਸ਼ਾਂ ਅਤੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਮੇਰਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਉਹ ਮੇਰੇ ਜਿਸਮ ਵਿੱਚੋਂ ਖੂਨ ਦੀ ਇੱਕ ਬੋਤਲ ਕੱਢ ਕੇ ਅੱਗੇ ਕਿਸੇ ਨੂੰ ਦੇ ਦਿੰਦੀਆਂ ਤੇ ਕਹਿੰਦੀਆਂ ਕਿ ਤੇਰੀ ਇਹੀ ਸਜ਼ਾ ਹੈ। ਤੇਰੀ ਹੀ ਵਜ੍ਹਾ ਨਾਲ ਸਾਡਾ ਭਰਾ ਮਰ ਗਿਆ। ਕਿਉਂਕਿ ਤੂੰ ਮਨਹੂਸ ਆ, ਤੇਰੇ ਕਦਮ ਮਨਹੂਸ ਹਨ। ਤੇਰੇ ਕਦਮ ਘਰ ਵਿੱਚ ਪੈਂਦੇ ਹੀ ਸਾਡੇ ਘਰ ਨੂੰ ਨਜ਼ਰ ਲੱਗ ਗਈ। ਸਾਡਾ ਭਰਾ ਬਿਮਾਰ ਹੋ ਗਿਆ। ਉਹ ਇਸ ਦੁਨੀਆ ਤੋਂ ਚਲਿਆ ਗਿਆ। ਹੁਣ ਘੱਟ ਤੋਂ ਘੱਟ ਤੂੰ ਤਾਂ ਸਾਡੇ ਕਿਸੇ ਕੰਮ ਆ। ਸੌਮਿਆ ਰੋਂਦੇ ਹੋਏ ਦੱਸ ਰਹੀ ਸੀ, ਜਦ ਕਿ ਮੇਰੀ ਰੂਹ ਕੰਬ ਗਈ। ਹੁਣ ਮੈਨੂੰ ਸਮਝ ਆਇਆ ਕਿ ਇਸ ਘਰ ਦੇ ਹਾਲਾਤ ਬਦਲ ਗਏ। ਸੌਮਿਆ ਨੇ ਦੱਸਿਆ ਕਿ ਇਹ ਸਭ ਵਿੱਚ ਮੇਰੇ ਸੱਸ ਸਹੁਰੇ ਦਾ ਕੋਈ ਦੋਸ਼ ਨਹੀਂ। ਉਹ ਆਪਣੀ ਬੇਟੀ ਦੇ ਗਮ ਵਿੱਚ ਚੂਰ ਹਨ। ਉਹਨਾਂ ਨੂੰ ਕੁਝ ਪਤਾ ਨਹੀਂ ਹੈ। ਖੈਰ, ਮੈਂ ਜਲਦੀ ਨਾਲ ਸੌਮਿਆ ਨੂੰ ਹਸਪਤਾਲ ਲੈ ਗਈ। ਜਦੋਂ ਹਸਪਤਾਲ ਜਾ ਕੇ ਦੇਖਿਆ ਤਾਂ ਉਸ ਦੇ ਪੇਟ ਉੱਪਰ ਵੀ ਟਾਂਕੇ ਲੱਗੇ ਹੋਏ ਸੀ। ਜਦੋਂ ਮੈਂ ਇਹ ਪੁੱਛਿਆ ਤਾਂ ਸੌਮਿਆ ਉੱਚੀ-ਉੱਚੀ ਰੋਣ ਲੱਗੀ ਤੇ ਉਸਨੇ ਕਿਹਾ ਕਿ ਇਹਨਾਂ ਕਲੈਣੀਆਂ ਨੇ ਤਾਂ ਮੇਰੀ ਕਿਡਨੀ ਕੱਢ ਕੇ ਵੀ ਵੇਚ ਦਿੱਤੀ। ਮੈਨੂੰ ਬੜਾ ਗੁੱਸਾ ਆਇਆ ਤੇ ਮੈਂ ਬਿਹਾਨ ਨੂੰ ਹਸਪਤਾਲ ਬੁਲਾ ਲਿਆ ਤੇ ਸਭ ਕੁਝ ਦੱਸ ਦਿੱਤਾ। ਸੌਮਿਆ ਦਾ ਚੈੱਕਅਪ ਕਰਨ ਦੇ ਬਾਅਦ ਫੌਰਨ ਖੂਨ ਦਾ ਇੰਤਜ਼ਾਮ ਹੋਇਆ, ਜਿਸ ਵਿੱਚ ਲੱਖਾਂ ਰੁਪਏ ਖਰਚ ਹੋ ਗਏ ਕਿਉਂਕਿ ਉਸ ਦਾ ਖੂਨ ਬਹੁਤ ਹੀ ਘੱਟ ਸੀ। ਸਾਰਾ ਪੈਸਾ ਬਿਹਾਨ ਨੇ ਹੀ ਲਗਾਇਆ ਤੇ ਸੌਮਿਆ ਦੀਆਂ ਤਿੰਨੋਂ ਨਣਦਾਂ ਨੇ ਆਪਣੀਆਂ
ਅਜਾਸ਼ੀਆਂ ਨੂੰ ਪੂਰਾ ਕਰਨ ਦੇ ਲਈ ਜੋ ਤਰੀਕਾ ਇਸਤੇਮਾਲ ਕੀਤਾ ਸੀ ਉਹ ਨਾਜਾਇਜ਼ ਅਤੇ ਬਹੁਤ ਵੱਡਾ ਜੁਰਮ ਸੀ। ਬਿਹਾਨ ਨੇ ਫੌਰਨ ਅਦਾਲਤ ਦੇ ਜ਼ਰੀਏ ਉਹਨਾਂ ਤਿੰਨਾਂ ਭੈਣਾਂ ਨੂੰ ਅਰੈਸਟ ਵਾਰੰਟ ਜਾਰੀ ਕਰਵਾ ਦਿੱਤੇ ਤੇ ਤਿੰਨਾਂ ਭੈਣਾਂ ਨੂੰ ਜੇਲ੍ਹ ਵਿੱਚ ਸਟਵਾ ਦਿੱਤਾ ਅਤੇ ਉਹਨਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਮੈਂ ਸੌਮਿਆ ਨੂੰ ਘਰ ਲੈ ਆਈ ਤੇ ਉਸ ਦਾ ਬਹੁਤ ਧਿਆਨ ਰੱਖਦੀ। ਹੌਲੀ ਹੌਲੀ ਸੌਮਿਆ ਦੀ ਜ਼ਿੰਦਗੀ ਚੰਗੀ ਹੋਣ ਲੱਗੀ, ਲੇਕਿਨ ਹੁਣ ਵੀ ਸਾਡੀ ਜ਼ਿੰਦਗੀ ਵਿੱਚ ਤੂਫਾਨ ਆਉਣਾ ਬਾਕੀ ਸੀ। ਇੱਕ ਦਿਨ ਮੈਂ ਸੌਮਿਆ ਨੂੰ ਸੂਪ ਪਿਲਾ ਰਹੀ ਸੀ ਤਾਂ ਕਿਸੇ ਨੇ ਸਾਡੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਬਿਹਾਨ ਖੜਾ ਸੀ ਤੇ ਉਸ ਦੇ ਪਿੱਛੇ ਹਿਤੇਸ਼ ਨੂੰ ਦੇਖ ਕੇ ਮੇਰੀ ਚੀਕ ਨਿਕਲ ਗਈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਹਿਤੇਸ਼ ਤਾਂ ਮਰ ਚੁੱਕਿਆ, ਫਿਰ ਭਲਾ ਇਹ ਜਿੰਦਾ ਕਿਵੇਂ ਹੋ ਗਿਆ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਬਿਹਾਨ ਨੇ ਮੈਨੂੰ ਇੱਕ ਤਰਫ ਨੂੰ ਕੀਤਾ ਤੇ ਅੰਦਰ ਆ ਗਿਆ। ਸੌਮਿਆ ਵੀ ਹਿਤੇਸ਼ ਨੂੰ ਆਪਣੇ ਸਾਹਮਣੇ ਦੇਖ ਕੇ ਅੱਖਾਂ ਕੱਢ ਕੇ ਦੇਖ ਰਹੀ ਸੀ। ਸ਼ਾਇਦ ਉਹ ਉਸ ਨੂੰ ਆਪਣਾ ਵਹਿਮ ਸਮਝ ਰਹੀ ਸੀ, ਕਿਉਂਕਿ ਉਹ ਹਰ ਪਲ ਹਿਤੇਸ਼ ਨੂੰ ਯਾਦ ਕਰਦੀ ਰਹਿੰਦੀ ਸੀ, ਉਸ ਦੀ ਯਾਦ ਵਿੱਚ ਤੜਫਦੀ ਰਹਿੰਦੀ ਸੀ। ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਹ ਹੌਲੀ ਹੌਲੀ ਚੱਲਦੀ ਹੋਈ ਹਿਤੇਸ਼ ਦੇ ਕੋਲ ਆਈ ਤੇ ਉਸ ਨੂੰ ਛੂਹ ਕੇ ਮਹਿਸੂਸ ਕੀਤਾ ਤਾਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਹਿਤੇਸ਼ ਜਿੰਦਾ ਹੈ। ਤਾਂ ਉਹ ਉਸ ਨੂੰ ਲਿਪਟ ਗਈ ਤੇ ਚੀਕਾਂ ਮਾਰ ਕੇ ਰੋਣ ਲੱਗੀ। ਜਦੋਂ ਮੈਨੂੰ ਕੁਝ ਹੋਸ਼ ਆਇਆ ਤਾਂ ਮੈਂ ਬਿਹਾਨ ਨੂੰ ਪੁੱਛਿਆ, ਬਿਹਾਨ ਇਹ ਸਭ ਕੀ ਆ? ਹਿਤੇਸ਼ ਤਾਂ ਮਰ ਚੁੱਕਿਆ ਸੀ, ਉਸ ਨੂੰ ਤਾਂ ਕੈਂਸਰ ਸੀ, ਫਿਰ ਭਲਾ ਇਹ ਜਿੰਦਾ ਕਿਵੇਂ ਹੋ ਗਿਆ? ਫਿਰ ਬਿਹਾਨ ਨੇ ਮੈਨੂੰ ਸਾਰੀ ਸੱਚਾਈ ਦੱਸੀ ਕਿ ਹਿਤੇਸ਼ ਦੀਆਂ ਤਿੰਨੋਂ ਭੈਣਾਂ ਜੇਲ੍ਹ ਵਿੱਚ ਜਾਣ ਤੋਂ ਬਾਅਦ ਪੁਲਿਸ ਨੇ ਪੂਰੇ ਘਰ ਦੀ ਤਲਾਸ਼ੀ ਲਈ ਸੀ। ਬੇਸਮੈਂਟ ਵਿੱਚ ਹਿਤੇਸ਼ ਬਹੁਤ ਹੀ ਖਰਾਬ ਹਾਲਤ ਵਿੱਚ ਮਿਲਿਆ। ਅਸੀਂ ਇਸ ਨੂੰ ਹਸਪਤਾਲ ਲੈ ਗਏ ਤੇ ਉੱਥੇ 8 ਦਿਨਾਂ ਬਾਅਦ ਇਸ ਦਾ ਇਲਾਜ ਚੱਲਦਾ ਰਿਹਾ। ਬਾਅਦ ਵਿੱਚ ਜਦੋਂ ਇਸ ਦੀਆਂ ਭੈਣਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਸੱਚਾਈ ਦੱਸੀ। ਉਹਨਾਂ ਨੇ ਦੱਸਿਆ ਕਿ ਜਦੋਂ ਤੱਕ ਭਰਾ ਸੌਮਿਆ ਦੀ ਢਾਲ ਬਣਿਆ ਰਹਿੰਦਾ ਸੀ ਉਦੋਂ ਤੱਕ ਤਾਂ ਅਸੀਂ ਸੌਮਿਆ ਦਾ ਇਸਤੇਮਾਲ ਨਹੀਂ ਕਰ ਸਕਦੀਆਂ ਸੀ, ਇਸ ਲਈ ਹਿਤੇਸ਼ ਨੂੰ ਰਸਤੇ ਵਿੱਚੋਂ ਹਟਾਉਣਾ ਜ਼ਰੂਰੀ ਸੀ। ਇਸ ਲਈ ਅਸੀਂ ਹਿਤੇਸ਼ ਨੂੰ ਬੰਦਕ ਬਣਾ ਕੇ ਬੇਸਮੈਂਟ ਵਿੱਚ ਸੁੱਟ ਦਿੱਤਾ ਤੇ ਡਾਕਟਰਾਂ ਨੂੰ ਕਹਿ ਕੇ ਤੇ ਉਸ ਦੀ ਕੈਂਸਰ ਦੀ ਝੂਠੀ ਰਿਪੋਰਟ ਬਣਾਈ ਸੀ। ਪਹਿਲਾਂ ਹਿਤੇਸ਼ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਭ ਦੇ ਸਾਹਮਣੇ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਤੇ ਜਦੋਂ ਉਸ ਦਾ ਅੰਤਿਮ ਸੰਸਕਾਰ ਹੋਣ ਵਾਲਾ ਸੀ ਤਾਂ ਉਸ ਨੂੰ ਬੜੀ ਹੀ ਚਲਾਕੀ ਨਾਲ ਚਿਖਾ ਤੋਂ ਹਟਾ ਦਿੱਤਾ ਗਿਆ ਤੇ ਖਾਲੀ ਚਿਖਾ ਜਲਾ ਦਿੱਤੀ ਗਈ, ਕਿਉਂਕਿ ਉਸ ਘਰ ਵਿੱਚ ਹਿਤੇਸ਼ ਦੀਆਂ ਭੈਣਾਂ ਦੀ ਚੱਲਦੀ ਸੀ ਤੇ ਉਹਨਾਂ ਦੇ ਆਂਢ ਗੁਆਂਢ ਵਿੱਚੋਂ ਵੀ ਹਿਤੇਸ਼ ਦੇ ਸੰਸਕਾਰ ਤੇ ਕੋਈ ਨਹੀਂ ਆਇਆ ਸੀ। ਜੋ ਕੁਝ ਵੀ ਕਰਦੀਆਂ ਸੀ ਉਹ ਆਪਣੀ ਮਰਜ਼ੀ ਨਾਲ ਹੀ ਕਰਦੀਆਂ ਸੀ ਤੇ ਫਿਰ ਸੌਮਿਆ ਦੇ ਖੂਨ ਦਾ ਇਸਤੇਮਾਲ ਕਰਨ ਲੱਗੇ ਤੇ ਪੈਸੇ ਕਮਾਉਣ ਲੱਗੀਆਂ, ਕਿਉਂਕਿ ਉਹ ਹਸਪਤਾਲ ਵਿੱਚ ਲੱਗੀਆਂ ਹੋਣ ਕਾਰਨ ਪਹਿਲਾਂ ਵੀ ਅਜਿਹੇ ਗੈਰ ਕਾਨੂੰਨੀ ਕੰਮ ਕਰਦੀਆਂ ਰਹਿੰਦੀਆਂ ਸੀ। ਉਹਨਾਂ ਦਾ ਪਤਾ ਨਹੀਂ ਕਿੰਨਾ ਡਾਕਟਰਾਂ ਨਾਲ ਜਾਲ ਵਿਛਾਇਆ ਹੋਇਆ ਸੀ। ਕੁਝ ਹੀ ਦੇਰ ਵਿੱਚ ਹਿਤੇਸ਼ ਦੀ ਮਾਂ-ਬਾਪ ਵੀ ਆ ਗਏ। ਬਿਹਾਨ ਨੇ ਦੋਨਾਂ ਨੂੰ ਫੋਨ ਕਰਕੇ ਬੁਲਾ ਲਿਆ ਸੀ। ਆਪਣੇ ਬੇਟੇ ਨੂੰ ਦੇਖ ਕੇ ਉਹ ਵੀ ਹੈਰਾਨ ਰਹਿ ਗਏ ਤੇ ਖੁਸ਼ ਵੀ ਹੋ ਗਏ, ਲੇਕਿਨ ਜਦੋਂ ਸੱਚਾਈ ਦਾ ਪਤਾ ਚੱਲਿਆ ਤਾਂ ਦੋਨੇ ਰੋਣ ਲੱਗੇ। ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੀਆਂ ਸਕੀਆਂ ਬੇਟੀਆਂ ਉਹਨਾਂ ਦੇ ਬੇਟੇ ਅਤੇ ਬਹੂ ਦੇ ਨਾਲ ਇਸ ਤਰ੍ਹਾਂ ਘਿਨਾਉਣਾ ਕੰਮ ਕਰ ਸਕਦੀਆਂ ਹਨ। ਉਹਨਾਂ ਨੇ ਬਿਹਾਨ ਨੂੰ ਕਹਿ ਦਿੱਤਾ, ਜੋ ਮੇਰੀਆਂ ਬੇਟੀਆਂ ਦੀ ਸਜ਼ਾ ਬਣਦੀ ਆ ਉਹਨਾਂ ਨੂੰ ਜ਼ਰੂਰ ਦਿਵਾਓ। ਉਹਨਾਂ ਨੇ ਮੇਰੇ ਬੇਟੇ ਅਤੇ ਬਹੂ ਦੇ ਨਾਲ ਬਹੁਤ ਹੀ ਗਲਤ ਕੀਤਾ ਹੈ। ਹਿਤੇਸ਼ ਵੀ ਆਪਣੀ ਮਾਂ-ਬਾਪ ਦੇ ਗਲੇ ਲੱਗ ਕੇ ਬਹੁਤ ਰੋਇਆ। ਸੌਮਿਆ ਤੇ ਹਿਤੇਸ਼ ਇੱਕ ਦੂਜੇ ਨੂੰ ਪਾ ਕੇ ਬਹੁਤ ਖੁਸ਼ ਸੀ। ਮੈਂ ਵੀ ਬਿਹਾਨ ਦੀ ਸ਼ੁਕਰਗੁਜ਼ਾਰ ਸੀ ਕਿ ਜਿਸ ਨੇ ਮੇਰਾ ਇੰਨਾ ਸਾਥ ਦਿੱਤਾ ਸੀ। ਨਾਲ ਹੀ ਨਾਲ ਮੈਂ ਖੁਸ਼ ਸੀ ਕਿ ਇਹਨਾਂ ਤਿੰਨਾਂ ਭੈਣਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲ ਗਈ ਤੇ ਅੱਜ ਮੈਨੂੰ ਸਮਝ ਆ ਗਿਆ ਕਿ ਇਨਸਾਨ ਨੂੰ ਕਦੇ ਆਪਣੇ ਸ਼ੌਂਕ ਅਤੇ ਅਯਾਸ਼ੀਆਂ ਦੇ ਲਈ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਸ਼ੌਂਕ ਪੂਰੇ ਕਰਨੇ ਹਨ ਤਾਂ ਆਪਣੀ ਮਿਹਨਤ ਨਾਲ ਕਰੋ, ਖੁਦ ਉੱਤੇ ਭਰੋਸਾ ਰੱਖੋ ਤੇ ਅੱਗੇ ਵਧੋ। ਸਾਨੂੰ ਹਮੇਸ਼ਾ ਦੂਜਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ, ਖਾਸ ਕਰਕੇ ਇੰਨਾ ਦਰਿੰਦਗੀ ਭਰਿਆ ਕੰਮ ਤਾਂ ਕਦੇ ਨਹੀਂ ਕਰਨਾ ਚਾਹੀਦਾ। ਇਹੋ ਜਿਹਾ ਕੰਮ ਕਰਕੇ ਉੱਪਰ ਰੱਬ ਨੂੰ ਜਾ ਕੇ ਕੀ ਜਵਾਬ ਦੇਣਗੀਆਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਦੀ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।